ਪਾਠ ਵੀ ਮਿਹਨਤ ਦਾ ਮੁੱਲ। ਆਓ ਬੱਚਿਓ, ਇਸ ਸਿੱਖਿਆਦਾਇਕ ਕਹਾਣੀ ਨੂੰ ਪੜ੍ਹੀਏ। ਈਸ਼ਵਰ ਚੰਦਰ ਵਿਦਿਆਸਾਗਰ ਸਾਡੇ ਦੇਸ਼ ਦੇ ਉੱਘੇ ਵਿਦਵਾਨ ਹੋਏ ਹਨ। ਇੱਕ ਵਾਰ ਈਸ਼ਵਰ ਚੰਦਰ ਵਿਦਿਆਸਾਗਰ ਬਾਜ਼ਾਰ ਵਿੱਚੋਂ ਲੰਘ ਰਹੇ ਸਨ। ਉਹ ਇੱਕ ਮੰਗਤੇ ਦੀ ਆਵਾਜ਼ ਸੁਣ ਕੇ ਰੁਕ ਗਏ। ਮੰਗਤਾ ਇੱਕ ਛੋਟੀ ਜਿਹੀ ਉਮਰ ਦਾ ਮੁੰਡਾ ਸੀ। ਉਹਨਾਂ ਨੇ ਮੁੰਡੇ ਵੱਲ ਗੌਰ ਨਾਲ ਤੱਕਿਆ। ਮੁੰਡੇ ਦੇ ਨੈਣ ਪ੍ਰਾਣ ਤਾਂ ਸਬੂਤੇ ਸਨ, ਪਰ ਸਰੀਰ ਦਾ ਬੜਾ ਕਮਜ਼ੋਰ ਸੀ। ਵਿਦਿਆਸਾਗਰ ਜੀ ਨੂੰ ਇਹ ਸਮਝਦਿਆਂ ਦੇਰ ਨਾ ਲੱਗੀ ਕਿ ਉਹ ਮੁੰਡਾ ਸੱਚਮੁੱਚ ਹੀ ਬਹੁਤ ਗਰੀਬ ਹੈ। ਉਹਨਾਂ ਨੂੰ ਆਪਣੇ ਵੱਲ ਵੇਖਦਿਆਂ ਤੱਕ ਕੇ ਮੁੰਡੇ ਨੇ ਤਰਲਾ ਭਰ ਕੇ ਆਖਿਆ, ਬਾਬੂ ਜੀ, ਇੱਕ ਪੈਸਾ। ਮੈਂ 2 ਦਿਨਾਂ ਤੋਂ ਕੁਝ ਨਹੀਂ ਖਾਧਾ। ਜੇ ਭਲਾ ਮੈਂ ਤੈਨੂੰ 2 ਆਨੇ ਦੇ ਦਿਆਂ ਤਾਂ ਉਹਨਾਂ ਦਾ ਕੀ ਕਰੇਂਗਾ? ਵਿਦਿਆਸਾਗਰ ਜੀ ਨੇ ਪੁੱਛਿਆ। ਮੁੰਡੇ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਸਨੇ ਕਿਹਾ, ਬਹੁਤ ਮਿਹਰਬਾਨੀ ਹੋਵੇਗੀ ਬਾਬੂ ਜੀ, ਘਰ ਮੇਰੀ ਮਾਂ ਵੀ ਭੁੱਖੀ ਹੈ। ਅਸੀਂ 2 ਆਨਿਆਂ ਦੇ ਚੌਲ ਲੈ ਕੇ ਰਿੰਨ ਲਵਾਂਗੇ। ਜੇ ਭਲਾ ਮੈਂ ਤੈਨੂੰ 4 ਆਨੇ ਦੇ ਦਿਆਂ ਫੇਰ? ਵਿਦਿਆਸਾਗਰ ਜੀ ਨੇ ਪੁੱਛਿਆ। ਫਿਰ ਕੱਲ ਨੂੰ ਵੀ ਖਾਣ ਨੂੰ ਮਿਲ ਜਾਏਗਾ, ਮੁੰਡੇ ਨੇ ਕਿਹਾ। ਜੇ 8 ਆਨੇ? ਵਿਦਿਆਸਾਗਰ ਜੀ ਨੇ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਮੁੰਡਾ ਕੁਝ ਚੁੱਪ ਜਿਹਾ ਹੋ ਗਿਆ। ਉਹ ਸ਼ਾਇਦ ਇਹ ਸੋਚਣ ਲੱਗ ਪਿਆ ਸੀ ਕਿ ਇਹ ਆਦਮੀ ਉਸ ਨਾਲ ਮਖੌਲ ਕਰ ਰਿਹਾ ਹੈ। 8 ਆਨੇ ਕਿੰਜ ਦੇਵੇਗਾ? ਉਸ ਨੂੰ ਤਾਂ 1 ਪੈਸਾ ਵੀ ਡਾਢੀ ਮੁਸ਼ਕਲ ਨਾਲ ਮਿਲਦਾ ਹੈ। ਉਸ ਦੇ ਚੁੱਪ ਹੋਣ ਉੱਤੇ ਵਿਦਿਆਸਾਗਰ ਜੀ ਵੀ ਸਮਝ ਗਏ ਕਿ ਭਿਖਾਰੀ ਮੁੰਡਾ ਇਸ ਵੇਲੇ ਕੀ ਸੋਚ ਰਿਹਾ ਹੈ। 1 ਮਿੰਟ ਲਈ ਚੁੱਪ ਰਹਿ ਕੇ ਬੋਲੇ, ਦੱਸ ਨਾ, ਕੀ ਕਰੇਂਗਾ 8 ਆਨਿਆਂ ਦਾ? ਮੁੰਡਾ ਜ਼ਰਾ ਖਿਝ ਗਿਆ। ਕਹਿਣ ਲੱਗਾ, ਬਾਬੂ ਜੀ, ਕਿਉਂ ਮਖੌਲ ਕਰਦੇ ਹੋ? ਜੇ ਮੈਨੂੰ ਗਰੀਬ ਨੂੰ ਕੁਝ ਦੇਣਾ ਨਹੀਂ ਤਾਂ ਮੇਰੀ ਗਰੀਬੀ ਦਾ ਮਖੌਲ ਤਾਂ ਨਾ ਉਡਾਓ। ਵਿਦਿਆਸਾਗਰ ਜੀ ਨੇ ਉਸ ਮੁੰਡੇ ਬਾਰੇ ਜੋ ਸੋਚਿਆ ਸੀ ਉਹ ਠੀਕ ਨਿਕਲਿਆ। ਉਹਨਾਂ ਬੜੇ ਠਰਮੇ ਨਾਲ ਕਿਹਾ, ਮੈਂ ਤੈਨੂੰ ਮਖੌਲ ਨਹੀਂ ਕਰਦਾ ਪੁੱਤਰ। ਮੈਂ ਸੱਚਮੁੱਚ ਤੈਨੂੰ 8 ਆਨੇ ਨਹੀਂ ਸਗੋਂ 1 ਰੁਪਇਆ ਦਿਆਂਗਾ। ਮੈਂ ਤੈਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੂੰ ਉਸ ਰੁਪਏ ਦਾ ਕੀ ਕਰੇਂਗਾ? ਉਸ ਰੁਪਏ ਦਾ? ਮੁੰਡੇ ਨੇ ਕੁਝ ਝਿਜਕਦਿਆਂ ਕਿਹਾ, ਉਸ ਰੁਪਏ ਦਾ? ਉਸ ਵਿੱਚੋਂ 8 ਆਨੇ ਮੈਂ ਆਪਣੀ ਮਾਂ ਨੂੰ ਦਿਆਂਗਾ। ਉਹ ਇਹਨਾਂ ਦੇ ਚੌਲ ਲੈ ਆਵੇਗੀ। ਉਹਨਾਂ ਚੌਲਾਂ ਨਾਲ ਸਾਡੇ 4 ਦਿਨ ਨਿਕਲ ਜਾਣਗੇ। ਬਾਕੀ 8 ਆਨਿਆਂ ਦੀ ਮੂੰਗਫਲੀ ਲੈ ਕੇ ਮੈਂ ਛਾਬੜੀ ਲਾ ਲਵਾਂਗਾ। ਉਸ ਵਿੱਚੋਂ ਜੋ ਮੁਨਾਫਾ ਹੋਵੇਗਾ ਉਸ ਦੀ ਹੋਰ ਮੂੰਗਫਲੀ ਲੈ ਕੇ ਵੇਚਾਂਗਾ। ਇੰਜ ਸਾਡਾ ਗੁਜ਼ਾਰਾ ਚੱਲਣ ਲੱਗ ਜਾਏਗਾ। ਵਿਦਿਆਸਾਗਰ ਜੀ ਉਸ ਮੁੰਡੇ ਦਾ ਉੱਤਰ ਸੁਣ ਕੇ ਬਹੁਤ ਖੁਸ਼ ਹੋਏ। ਉਹਨਾਂ ਆਪਣੀ ਜੇਬ ਵਿੱਚੋਂ 1 ਰੁਪਇਆ ਕੱਢ ਕੇ ਉਸ ਮੁੰਡੇ ਦੇ ਹੱਥ ਫੜਾਇਆ ਤੇ ਉਸ ਦਾ ਮੋਢਾ ਥਾਪੜਦਿਆਂ ਕਿਹਾ, ਮੇਰੇ ਚੰਗੇ ਪੁੱਤਰ, ਇਵੇਂ ਹੀ ਕਰੀ ਜਿਵੇਂ ਤੂੰ ਕਿਹਾ ਹੈ। ਇਹ ਕਹਿ ਕੇ ਉਹ ਅਗਾਂਹ ਚਲੇ ਗਏ। ਇਸ ਤੋਂ ਕੋਈ 10 ਵਰ੍ਹੇ ਬਾਅਦ ਵਿਦਿਆਸਾਗਰ ਜੀ ਉਸੇ ਸ਼ਹਿਰ ਵਿੱਚੋਂ ਲੰਘ ਰਹੇ ਸਨ। ਉਹਨਾਂ ਨੂੰ ਇੱਕ ਨੌਜਵਾਨ ਨੇ ਆ ਕੇ ਪੈਰੀਂ ਹੱਥ ਲਾਏ। ਉਸ ਨੌਜਵਾਨ ਨੇ ਚੰਗੇ ਕੱਪੜੇ ਪਾਏ ਹੋਏ ਸਨ। ਵਿਦਿਆਸਾਗਰ ਜੀ ਉਸ ਨੂੰ ਪਛਾਣ ਨਾ ਸਕੇ। ਮੱਥਾ ਟੇਕਣ ਪਿੱਛੋਂ ਉਸ ਮੁੰਡੇ ਨੇ ਉਹਨਾਂ ਨੂੰ ਹੱਥ ਜੋੜਦਿਆਂ ਕਿਹਾ, ਬਾਬੂ ਜੀ, ਮਿਹਰਬਾਨੀ ਕਰਕੇ ਜਰਾ 1 ਮਿੰਟ ਲਈ ਮੇਰੇ ਨਾਲ ਆਓ। ਉਹ ਇਹ ਕਹਿ ਕੇ ਸਾਹਮਣੀ ਦੁਕਾਨ ਵੱਲ ਵਧਿਆ। ਵਿਦਿਆਸਾਗਰ ਜੀ ਵੀ ਉਸ ਦੇ ਪਿੱਛੇ ਪਿੱਛੇ ਤੁਰ ਪਏ। ਦੁਕਾਨ ਅੰਦਰ ਜਾ ਕੇ ਉਸ ਨੌਜਵਾਨ ਨੇ ਉਹਨਾਂ ਨੂੰ ਬੜੇ ਸਤਿਕਾਰ ਨਾਲ ਬਿਠਾਉਂਦਿਆਂ ਕਿਹਾ, ਬਾਬੂ ਜੀ, ਪਛਾਣਿਆ ਨਹੀਂ ਮੈਨੂੰ? ਮੈਂ ਉਹੀ ਭਿਖਾਰੀ ਮੁੰਡਾ ਹਾਂ ਜਿਸ ਨੂੰ ਅੱਜ ਤੋਂ ਬਹੁਤ ਸਾਲ ਪਹਿਲਾਂ ਤੁਸੀਂ 1 ਰੁਪਇਆ ਦਿੱਤਾ ਸੀ। ਹੁਣ ਇਹ ਦੁਕਾਨ ਮੇਰੀ ਹੈ। ਵਿਦਿਆਸਾਗਰ ਜੀ ਸਾਰੀ ਗੱਲ ਸਮਝ ਗਏ। ਇਸ ਵੇਲੇ ਉਹਨਾਂ ਦੇ ਚਿਹਰੇ ਤੇ ਅਕਹਿ ਖੁਸ਼ੀ ਸੀ। ਚਾਹ ਪਾਣੀ ਪਿਆਉਣ ਪਿੱਛੋਂ ਉਸ ਨੌਜਵਾਨ ਨੇ ਉਹਨਾਂ ਨੂੰ 1000 ਰੁਪਇਆ ਭੇਟ ਕਰਨਾ ਚਾਹਿਆ। ਵਿਦਿਆਸਾਗਰ ਜੀ ਨੇ ਇਹ ਰੁਪਏ ਇਹ ਕਹਿ ਕੇ ਵਾਪਸ ਕਰ ਦਿੱਤੇ, ਮੇਰੇ ਚੰਗੇ ਪੁੱਤਰ, ਇਹ ਰੁਪਈਏ ਤੂੰ ਆਪਣੇ ਕੋਲ ਰੱਖ। ਜਦੋਂ ਕੋਈ ਲੋੜਵੰਦ ਇਨਸਾਨ ਮਿਲੇ ਤਾਂ ਉਸ ਦੀ ਸਹਾਇਤਾ ਕਰਨੀ। ਮੈਂ ਬਹੁਤ ਖੁਸ਼ ਹਾਂ ਕਿ ਤੂੰ ਉਦੋਂ ਮੈਨੂੰ ਜੋ ਵਚਨ ਦਿੱਤਾ ਸੀ ਉਹ ਨਿਭਾਇਆ ਹੈ। ਇਹ ਦੁਕਾਨ, ਇਹ ਰੁਪਈਏ ਤੇਰੀ ਆਪਣੀ ਮਿਹਨਤ ਦਾ ਮੁੱਲ ਹੈ। ਸੱਚਮੁੱਚ ਇਹੋ ਜਿਹੇ ਨੇਕ ਦਿਲ, ਸਾਦਾ ਤੇ ਵਿਦਵਾਨ ਇਨਸਾਨਾਂ ਕਰਕੇ ਹੀ ਭਾਰਤ ਦਾ ਨਾਂ ਸਾਰੀ ਦੁਨੀਆ ਵਿੱਚ ਸਦਾ ਸਦਾ ਲਈ ਰੋਸ਼ਨ ਰਹੇਗਾ।
आओ बच्चों पाठ अभ्यास करिए। पहला, पढ़ो अते समझो। विद्वान मतलब जिसने विद्या पढ़ी होवे। मखौल मजाक जां हासा। भ्रमा धीरज जां टिका। मुनाफा मतलब लाभ जां फायदा होना। अगां मतलब अगे। सत्कार इज्जत जां आदर। अकैह जो कहा ना जा सके। सहायता मतलब मदद। नंबर 2, ठीक शब्द चुन के खाली थावां भरो। हेठा दिते शब्द खुशी सहायता कमजोर चमक गरीबी, इन्हां शब्दां नूं उपरलियां खाली थावां विच भरांगे। ਊੜਾ मुंडे दे नैन प्राण तां सबूते सन पर शरीर दा बड़ा डैश सी। इस विच शब्द आएगा कमजोर। ऐड़ा मुंडे दियां अखां विच डैश आ गई। इस विच भरांगे चमक। ईड़ी जे मैनू गरीब नूं कुछ देना नहीं तां मेरी डैश दा मखौल तां ना उड़ाओ। इस विच शब्द भरांगे गरीबी। सस्सा विद्यासागर जी दे चेहरे ते अकैह डैश सी। खुशी हाहा जदों कोई लोड़वंद इंसान मिले तां उस दी डैश करनी। सहायता। नंबर 3, हेठ लिखे प्रश्नां दे उत्तर लिखो। ਊੜਾ ईश्वर चंद्र विद्यासागर कौन सन? इस दा उत्तर लिखांगे ईश्वर चंद्र विद्यासागर साडे देश दे उगे विद्वान सन। ऐड़ा ईश्वर चंद्र विद्यासागर जी ने भिखारी मुंडे नूं किन्ने रुपए देण दा वादा कीता। इस दा उत्तर लिखांगे ईश्वर चंद्र विद्यासागर जी ने भिखारी मुंडे नूं 1 रुपया देण दा वादा कीता। ईड़ी भिखारी मुंडे ने उस रुपए नूं किंज खर्चण बारे दस्सिया। उसने दस्सिया कि 8 आने ਉਹ ਆਪਣੀ ਮਾਂ ਨੂੰ ਦੇਵੇਗਾ ਅਤੇ ਬਾਕੀ 8 ਆਨਿਆਂ ਦੀ ਮੂੰਗਫਲੀ ਦੀ ਛਾਬੜੀ ਲਾਵੇਗਾ। सस्सा दुकान अंदर जाके नौजवान ने विद्यासागर जी नूं की कहा। नौजवान ने दस्सिया कि मैं उही भिखारी मुंडा हाँ जिस नूं कई साल पहलां तुसी 1 रुपया दिता सी। हाहा नौजवान ने विद्यासागर जी नूं की देना चाहया। इसका उत्तर है नौजवान ने विद्यासागर जी नूं 1000 रुपये देने चाहे। कक्का विद्यासागर जी ने रुपए की कह के वापस कर दिते। उन्होंने कहा कि इन्हां रुपइयां नाल वो किसी लोड़वंद दी मदद करे। नंबर 4, हेठ लिखे शब्दां नूं वाकां विच वरतो। ਊੜਾ मेहनत मेहनत दा फल मिठा हुंदा है। ऐड़ा मेहरबानी मेहरबानी करके मैनू 10 रुपए उधार दे दिओ। ईड़ी लोड़वंद सानू लोड़वंदां दी मदद करनी चाहिदी है। सस्सा सहायता सानू अपने माता पिता नाल काम विच सहायता करनी चाहिदी है। रोशन सानू अपने माता पिता दा नाम रोशन करना चाहिदा है। नंबर 5, हेठ लिखे शब्द किस ने किस नू कहे। ਊੜਾ बाबूजी 1 पैसा मैं 2 दिनों तो कुछ नहीं खाता। भिखारी मुंडे ने ईश्वर चंद्र विद्यासागर नूं। ऐड़ा जे भला मैं तैनू 4 आने दे दियां फेर। विद्यासागर जी ने भिखारी मुंडे नूं। ईड़ी मेरे चंगे पुत्र इवें ही करी जिवें तू कहा है। विद्यासागर जी ने भिखारी मुंडे नूं। सस्सा बाबू जी मेहरबानी करके जरा 1 मिनट लई मेरे नाल आओ। नौजवान मुंडे ने विद्यासागर जी नूं कहे। हाहा यह दुकान रुपया तेरी अपनी मेहनत दा मुल है। विद्यासागर जी ने नौजवान मुंडे नूं कहे। नंबर 6, विश्राम चिन्ह लाओ। मुंडा जरा खिज गया। डंडी कहन लगा कौमा कौमे शुरू बाबूजी कौमा क्यों मखौल करदे हो प्रश्न चिन्ह। जे मैनू गरीब नूं कुछ देना नहीं तां मेरी गरीबी दा मखौल तां ना उड़ाओ। डंडी कौमे बंद।
ਨੰਬਰ 7 ਬੱਚਿਓ, ਜੇਕਰ ਤੁਹਾਨੂੰ 100 ਰੁਪਏ ਦੇ ਦਿੱਤੇ ਜਾਣ ਤਾਂ ਤੁਸੀਂ ਉਹਨਾਂ ਦਾ ਕੀ ਕਰੋਗੇ? ਲਿਖੋ ਜਾਂ ਦੱਸੋ। ਮੈਂ ਇਹਨਾਂ ਪੈਸਿਆਂ ਨਾਲ ਫਲਾਂ ਵਾਲੇ ਬੂਟੇ ਖਰੀਦਾਂਗਾ। ਫਿਰ ਮੈਂ ਉਹਨਾਂ ਦੀ ਵੱਡੇ ਹੋਣ ਤੱਕ ਦੇਖਭਾਲ ਕਰਾਂਗਾ। ਜਦੋਂ ਉਹ ਵੱਡੇ ਰੁੱਖ ਬਣ ਜਾਣਗੇ ਤਾਂ ਫਲ ਦੇਣਗੇ। ਮੈਂ ਤੇ ਮੇਰਾ ਪਰਿਵਾਰ ਫਲ ਖਾਵੇਗਾ ਅਤੇ ਵੇਚੇਗਾ। ਇਸ ਨਾਲ ਸਾਨੂੰ ਆਮਦਨ ਵੀ ਹੋਵੇਗੀ। ਇਸ ਤੋਂ ਘਰ ਦੀ ਲੋੜ ਜੋਗਾ ਬਾਲਣ ਵੀ ਮਿਲ ਜਾਵੇਗਾ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਸਬਸਕ੍ਰਾਈਬ ਕਰੋ। ਧੰਨਵਾਦ।